हाँ जी, ਅੱਜ ਹੈ 21 ਮਾਰਚ 2022। ਸੋ ਅੱਜ ਦਾ ਜਿਹੜਾ ਸਾਡਾ ਨਵੀਨ ਮੁੱਦਾ ਸਾਹਮਣੇ ਆਇਆ ਸਾਡਾ, ਉਹ ਹੈ ਬੇਭਰੋਸਗੀ ਦਾ ਮਤਾ। ਹੁਣ ਕਹਿੰਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਕਿਹਾ ਹੈ ਪਾਕਿਸਤਾਨੀ ਫੌਜ ਤੇ ਵਿਰੋਧੀ ਧਿਰ ਦੀ ਆਲੋਚਨਾ ਜਿਹੜੀ ਉਹ ਕੀਤੀ ਹੈ, ਕਿਉਂਕਿ ਉਹਨਾਂ ਦੀ ਸਰਕਾਰ ਨੂੰ 25 ਮਾਰਚ ਨੂੰ ਬੇਭਰੋਸਗੀ ਦਾ ਮਤਾ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ। ਦੇਖੋ ਭਾਰਤ ਦੇ ਵਿੱਚ ਇਸ ਦੀ ਕੀ ਸਥਿਤੀ ਹੈ। ਭਾਰਤ ਦੇ ਵਿੱਚ ਬੇਭਰੋਸਗੀ ਦਾ ਮਤਾ ਸਿਰਫ ਲੋਕ ਸਭਾ ਭਾਵ ਕਿ ਭਾਰਤ ਦੀ ਸੰਸਦ ਦੇ ਹੇਠਲੇ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਜਾਂ ਉਸ ਦੇ ਵਿਚਾਰ ਵਟਾਂਦਰਾ ਜਿਹੜਾ ਉਹ ਸਵੀਕਾਰ ਕੀਤਾ ਜਾ ਸਕਦਾ ਹੈ, ਜਿਸ ਦੇ ਵਿੱਚ ਘੱਟੋ ਘੱਟ 50% ਜਿਹੜੇ ਮੈਂਬਰ ਹੈ ਉਹਨਾਂ ਦਾ ਜਿਹੜੇ ਇਸ ਸਮਰਥਨ ਦੀ ਹੈ ਜਿਹੜਾ ਜੇ ਪ੍ਰਸਤਾਵ ਹੈ ਜਿਹੜਾ ਉਹ ਪਾਸ ਕਰਦੇ ਆ ਜਾਂ ਉਸ ਤੇ ਵਿਚਾਰ ਵਟਾਂਦਰਾ ਕਰਦੇ ਆ। ਦੇਖੋ ਜੇ ਮਤਾ ਲਾਗੂ ਹੁੰਦਾ ਹੈ ਤਾਂ ਸੰਸਦ ਇਸੇ ਮਤੇ ਉੱਤੇ ਬਹਿਸ ਕਰਦਾ ਹੈ ਤੇ ਵੋਟਾਂ ਪਾਉਂਦਾ ਹੈ। ਜੇ ਬਹੁ ਗਿਣਤੀ ਦੀ ਗੱਲ ਕਰੀਏ, ਬਹੁ ਗਿਣਤੀ ਮੈਂਬਰ ਹੈ ਜਿਹੜੇ ਮਤੇ ਦੇ ਹੱਕ ਦੇ ਵਿੱਚ ਆਪਣੇ ਵੋਟ ਪਾਉਂਦੇ ਆ ਤਾਂ ਇਹ ਪਾਸ ਹੋ ਜਾਂਦਾ ਹੈ ਤੇ ਸਰਕਾਰ ਨੂੰ ਦਫ਼ਤਰ ਖਾਲੀ ਕਰਨ ਦੇ ਲਈ ਪਾਬੰਦ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ ਜਾਂ ਕੀਤਾ ਜਾਂਦਾ ਹੈ। ਹੁਣ ਜਿਹੜੀ ਇਹ ਇੱਥੇ ਅਜਿਹਾ ਕੁਝ ਹੋਇਆ ਸੀਗਾ ਕਿ ਚੀਨ ਭਾਰਤ ਦੀ ਵਿਨਾਸ਼ਕਾਰੀ ਜੰਗ ਤੋਂ ਬਾਅਦ ਲੋਕ ਸਭਾ ਦੇ ਵਿੱਚ ਪਹਿਲੀ ਵਾਰੀ ਜਿਹੜਾ ਇਹ 1963 ਦੇ ਵਿੱਚ ਬੇਭਰੋਸਗੀ ਦਾ ਮਤਾ ਜਿਹੜਾ ਉਹ ਪੇਸ਼ ਕੀਤਾ ਗਿਆ ਸੀ, ਪੇਸ਼ ਹੋਇਆ ਸੀ। ਜੁਲਾਈ 2019 ਤੱਕ 27 ਗੈਰ ਵਿਸ਼ਵਾਸ ਜਿਹੜੇ ਪ੍ਰਸਤਾਵ ਇਹ ਪੇਸ਼ ਕੀਤੇ ਗਏ ਹੈ ਕਿ ਪ੍ਰਧਾਨ ਮੰਤਰੀ ਇਸ ਤੋਂ ਇਲਾਵਾ ਜੇ ਗੱਲ ਕਰੀਏ ਅਸੀਂ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਭ ਤੋਂ ਪਹਿਲਾਂ ਬੇਭਰੋਸਗੀ ਦਾ ਮਤੇ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਜੇਕਰ ਅਸੀਂ ਹੋਰ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਵਿੱਚ ਕੁਝ ਨਾਮ ਹੈ ਜਿਹੜੇ ਆਉਂਦੇ ਆ, ਉਹਨਾਂ ਦਾ ਨੰਬਰ ਪਹਿਲੇ ਸਥਾਨ ਤੇ ਆਉਂਦਾ ਹੈ। ਇਹਨਾਂ ਦੇ ਵਿੱਚ ਸੀਗੇ ਲਾਲ ਬਹਾਦਰ ਸ਼ਾਸਤਰੀ, VP ਨਰਸਿਮਹਾ ਰਾਓ, ਮੋਰਾਰਜੀ ਦੇਸਾਈ, ਪੰਡਤ ਜਿਹੜੇ ਸੀਗੇ ਜਵਾਹਰ ਲਾਲ ਨਹਿਰੂ ਜੀ, ਰਾਜੀਵ ਗਾਂਧੀ, ਅਟਲ ਬਿਹਾਰੀ ਵਾਜਪਾਈ, ਨਰਿੰਦਰ ਮੋਦੀ। ਹੁਣ ਵਾਜਪਾਈ ਨੇ ਉਹਨਾਂ ਨੂੰ ਵੀ ਜਿਹੜੀ 1999 ਦੇ ਵਿੱਚ ਇੱਕ ਵੋਟ ਦੇ ਫਰਕ ਦੇ ਨਾਲ ਬੇਭਰੋਸਗੀ ਦੇ ਮਤੇ ਦੇ ਸੰਬੰਧਿਤ ਉਹ ਹਾਰ ਗਏ ਸਨ। ਹੁਣ ਦੇਖੋ ਪ੍ਰਧਾਨ ਮੰਤਰੀ ਦੇਸਾਈ ਨੇ 12 ਜੁਲਾਈ 1979 ਨੂੰ ਅਸਤੀਫਾ ਦੇ ਦਿੱਤਾ ਗਿਆ ਸੀ। ਜੇਕਰ ਗੱਲ ਕਰਦੇ ਹਾਂ ਕਿ ਸਭ ਤੋਂ ਜ਼ਿਆਦਾ ਤਾਜ਼ਾ ਬੇਭਰੋਸਗੀ ਦਾ ਮਤਾ ਨਰਿੰਦਰ ਮੋਦੀ ਦੀ ਸਰਕਾਰ ਦੇ ਵਿਰੁੱਧ ਸੀ ਤੇ ਸਪੀਕਰ ਨੇ ਇਸ ਨੂੰ ਸਵੀਕਾਰ ਕਰ ਲਿਆ। ਦਲ ਬਦਲ ਵਿਰੋਧੀ ਕਾਨੂੰਨ ਦੇ ਨਾਲ ਜਦੋਂ ਕੋਈ ਬਹੁਮਤ ਵਾਲੀ ਜਿਹੜੀ ਪਾਰਟੀ ਹੈ ਉਸ ਕੋਲ ਪੂਰਨ ਬਹੁਮਤ ਹੁੰਦਾ ਹੈ ਤਾਂ ਬੇਭਰੋਸਗੀ ਦੀ ਕੋਈ ਸਾਰਥਿਕਤਾ ਜਿਹੜੀ ਉਹ ਨਹੀਂ ਹੁੰਦੀ, ਕਿਉਂਕਿ ਇਹ ਪਾਰਟੀ ਦੇ ਮੈਂਬਰਾਂ ਨੂੰ ਸਰਕਾਰ ਦੇ ਹੱਕ ਦੇ ਵਿੱਚ ਵੋਟ ਪਾਉਣ ਦੇ ਲਈ ਜਿਹੜੀ ਇਹ ਵਿਕਲਪ ਕਰਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਬੇਭਰੋਸਗੀ ਦੇ ਮਤੇ ਰਾਹੀਂ ਸਰਕਾਰ ਨੂੰ ਜਿਹੜਾ ਹਟਾਉਣਾ ਹੈ ਉਹ ਵੀ ਅਸੰਭਵ ਹੈ। ਇਸ ਲਈ ਸਦਨ ਦੀ ਬੇਭਰੋਸਗੀ ਦੀ ਕਸਰਤ ਪਾਰਟੀ ਦੀ ਬੇਭਰੋਸਗੀ ਦੀ ਕਸਰਤ ਹੈ ਜਿਹੜੀ ਉਹ ਬਣ ਜਾਂਦੀ ਹੈ। ਹੁਣ ਦੂਜਾ ਜਿਹੜਾ ਸਾਡੇ ਕੋਲ ਮੁੱਦਾ ਜੋ ਸਾਹਮਣੇ ਆਇਆ ਉਹ ਹੈ ਵੇਦਾਤੰਗਲ ਪੰਛੀ ਪਨਾਹਗਾਹ ਦਾ। ਹੁਣ ਦੇਖੋ ਵਾਤਾਵਰਣ ਦੀ ਅਸੀਂ ਗੱਲ ਕਰੀਏ, ਵਾਤਾਵਰਣ ਦੀ ਸੁਰੱਖਿਆ ਸੰਭਾਲ ਦੇ ਪ੍ਰਤੀ ਜਿਹੜੇ ਸਾਰੇ ਅਦਾਰੇ ਆ ਉਹ ਵਚਨਬੱਧ ਹੈ। ਵਾਤਾਵਰਣ ਮੰਤਰਾਲੇ ਦੀ ਮਾਹਰ ਕਮੇਟੀ ਨੇ ਵੇਦਾਤੰਗਲ ਜਿਹੜੀ ਵਰਲਡ ਸੈਂਚੁਰੀ ਤੋਂ ਲਗਭਗ ਅਸੀਂ ਦੇਖੀਏ ਕਿ 3.7 ਕਿਲੋਮੀਟਰ ਦੂਰ ਤਮਿਲਨਾਡੂ ਦੇ ਵਿੱਚ ਜਿਹੜੇ ਵੀ ਜਿੰਨਾ ਵੀ ਇਹ ਏਰੀਆ ਹੈਗਾ ਜਿਹੜੀ ਫਾਰਮਾਸਿਊਟੀਕਲਸ ਇੰਡਸਟਰੀਜ਼ ਲਿਮਿਟਡ ਦੇ ਵਿਸਥਾਰ ਪ੍ਰੋਜੈਕਟ ਦੇ ਲਈ ਵਾਤਾਵਰਣ ਦੀ ਸਿਫਾਰਿਸ਼ ਸੰਬੰਧੀ ਜਿਹੜੀ ਮਨਜ਼ੂਰੀ ਹੈ ਉਹ ਪਾਸ ਹੋ ਗਈ ਹੈ ਜਾਂ ਸਿਫਾਰਿਸ਼ ਕੀਤੀ ਗਈ ਹੈ ਇਸ ਦੀ। ਹੁਣ ਦੇਖੋ ਆਓ ਇਸ ਬਾਰੇ ਅਸੀਂ ਜਾਣਦੇ ਹਾਂ। ਹੁਣ ਇਸ ਦਾ ਜਿਹੜਾ ਖੇਤਰ ਹੈ ਕਾਫੀ ਸਰਵ ਵਿਆਪਕ ਹੈ। ਇਹ ਭਾਰਤ ਦੇ ਤਮਿਲਨਾਡੂ ਰਾਜ ਦੇ ਚੇਂਗਲਪਟੂ ਜ਼ਿਲ੍ਹੇ ਦੇ ਮੁਦਰਤਕਮ ਤਾਲੁਕ ਦੇ ਵਿੱਚ ਸਥਿਤ ਹੈਗਾ। ਇੱਕ 30 ਹੈਕਟੇਅਰ ਦੇ ਵਿੱਚ ਫੈਲਿਆ ਹੋਇਆ ਇਹ ਸੁਰੱਖਿਅਤ ਖੇਤਰ ਹੈ। ਜਿਹੜਾ ਇਹ ਸਥਾਨ ਹੈ ਇਹ ਰਾਸ਼ਟਰੀ ਰਾਜਮਾਰਗ 45 ਤੇ ਚੇਨਈ ਤੋਂ ਲਗਭਗ 75 ਕਿਲੋਮੀਟਰ ਯਾਨੀ ਕਿ 47 ਮੀਲ ਦੀ ਦੂਰੀ ਤੇ ਸਥਿਤ ਹੈਗਾ। ਹੁਣ ਦੇਖੋ ਅਗਰ ਅਸੀਂ ਟਰਾਂਸਪੋਰਟ ਸਿਸਟਮ ਦੇ ਵਿੱਚ ਥਰੂ ਗੱਲ ਤੇ ਪਹੁੰਚਣ ਯੋਗ ਹੈਗਾ ਜਿਹੜਾ ਇਹ ਸਭ ਪ੍ਰਜਾਤੀਆਂ ਸਮੇਤ ਹਰ ਸਾਲ ਪ੍ਰਵਾਸੀ ਮੌਸਮ ਦੇ ਦੌਰਾਨ ਇਸ ਸਥਾਨ ਦਾ ਬਹੁਤ ਸਾਰੀਆਂ ਜਿਹੜੀਆਂ ਪ੍ਰਵਾਸੀ ਪ੍ਰਜਾਤੀਆਂ ਦੀਆਂ ਬਹੁਤ ਜਿਹੜੇ ਪ੍ਰਵਾਸ ਕਰਦੀਆਂ। ਹੁਣ ਤਮਿਲ ਭਾਸ਼ਾ ਦੇ ਵਿੱਚ ਵੇਦਾਤੰਗਲ ਦਾ ਅਰਥ ਹੈ ਸ਼ਿਕਾਰੀ ਦਾ ਪਿੰਡ। ਇਹ ਖੇਤਰ 18ਵੀਂ ਸਦੀ ਦੇ ਸ਼ੁਰੂ ਵਿੱਚ ਸਥਾਨਕ ਜ਼ਿਮੀਂਦਾਰਾਂ ਦਾ ਇੱਕ ਪਸੰਦੀਦਾ ਸ਼ਿਕਾਰ ਜਿਹੜਾ ਸਥਾਨ ਹੋਇਆ ਕਰਦਾ ਸੀ। ਇਸ ਖੇਤਰ ਨੇ ਕਈ ਤਰ੍ਹਾਂ ਦੇ ਪੰਛੀਆਂ ਨੂੰ ਆਕਰਸ਼ਿਤ ਕੀਤਾ ਕਿਉਂਕਿ ਇਹ ਛੋਟੀਆਂ ਝੀਲਾਂ ਦੇ ਨਾਲ ਭਰਿਆ ਹੋਇਆ ਖੇਤਰ ਸੀਗਾ ਜੋ ਪੰਛੀਆਂ ਦੇ ਲਈ ਖਾਣ ਦੇ ਮੈਦਾਨ ਵਜੋਂ ਕੰਮ ਕਰਦੇ ਸੀਗੇ। ਇਸ ਦੇ ਪੰਛੀ ਵਿਗਿਆਨਕ ਮਹੱਤਵ ਨੂੰ ਸਮਝਦੇ ਹੋਏ ਬ੍ਰਿਟਿਸ਼ ਸਰਕਾਰ ਨੇ ਇਸ ਨੂੰ
ਸ਼ੁਰੂ ਦੇ ਵਿੱਚ ਪੰਛੀਆਂ ਦੀ ਪਰਾਗਕਾਜ ਵਜੋਂ ਜਿਹੜਾ ਵਿਕਸਿਤ ਕਰਨ ਦੇ ਲਈ ਕਦਮ ਚੁੱਕੇ ਸੀਗੇ। ਫਿਰ ਇਸ ਦੀ ਸਥਾਪਨਾ 1858 ਦੇ ਵਿੱਚ ਜਿਹੜੇ ਇਸ ਨੂੰ ਸੰਪੂਰਨ ਜਿਹੜੇ ਇਸ ਦੀ ਸਥਾਪਨਾ ਦੇ ਲਈ ਆਦੇਸ਼ ਹੈ ਜਿਹੜੇ ਉਹ ਕਰ ਦਿੱਤੇ ਗਏ ਸਨ। ਹੁਣ ਤੀਜਾ ਜਿਹੜਾ ਸਾਡੇ ਕੋਲ ਅੱਜ ਦਾ ਮਸਲਾ ਹੈ ਉਹ ਹੈ ਦਿੱਲੀ ਦਾ ਵਿਸ਼ੇਸ਼ ਦਰਜਾ। ਦਿੱਲੀ ਸੰਬੰਧੀ ਵਿਚਾਰ ਕਿ ਜਿਹੜੀ ਸ਼ਹਿਰੀ ਸੰਸਥਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਲੈਂਡ ਪੂਲਿੰਗ ਨੀਤੀ ਨੂੰ ਤੇਜ਼ ਕਰਨ ਦੇ ਲਈ, ਉਸ ਨੂੰ ਲਾਗੂ ਕਰਨ ਦੇ ਲਈ ਦਿੱਲੀ ਵਿਕਾਸ ਐਕਟ ਦੇ ਵਿੱਚ ਪ੍ਰਸਤਾਵਿਤ ਸੋਧਾਂ ਨੂੰ ਜਿਹੜੀ ਸੰਸਦ ਹੈ ਉਹਦੇ ਵਿੱਚ ਪੇਸ਼ ਕੀਤਾ ਗਿਆ, ਜਿੰਨੀਆਂ ਵੀ ਉਸ ਦੇ ਵਿੱਚ ਤਰੁੱਟੀਆਂ ਹੈਗੀਆਂ ਉਸ ਸੰਬੰਧੀ ਪੇਸ਼ ਕੀਤੀ ਗਈ ਹੈ। ਹੁਣ ਦੇਖੋ ਅਸੀਂ ਜਾਣਦੇ ਹਾਂ ਕਿ ਕੀ ਜਿਹੜੀ ਇਹ ਸੰਵਿਧਾਨਿਕ ਸੋਧ ਹੈਗੀ ਹੈ 69 ਦੀ ਸੰਵਿਧਾਨਿਕ ਸੋਧ ਹੈ ਜਾਂ ਉਸਦੇ ਬਾਰੇ ਉਸਦੇ ਵਿੱਚ ਕਿਹੜੀਆਂ ਜਿਹੜੀਆਂ ਗੱਲਾਂ ਸ਼ਾਮਿਲ ਹੈ ਉਹ ਹੈਗੇ ਇਸ ਦੇ ਵਿੱਚ ਵੀ ਕੇਂਦਰੀ ਸ਼ਾਸਿਤ ਪ੍ਰਦੇਸ਼ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਦਿੱਲੀ ਕਿਹਾ ਜਾਵੇ ਤੇ ਇਸ ਦੇ ਪ੍ਰਸ਼ਾਸਕ ਨੂੰ ਜਾਣਿਆ ਜਾਵੇ। ਹੁਣ ਇਹ ਦਿੱਲੀ ਦੇ ਲਈ ਇੱਕ ਵਿਧਾਨ ਸਭਾ ਵੀ ਬਣਾਉਂਦਾ ਹੈ ਜੋ ਇਹਨਾਂ ਮਾਮਲਿਆਂ ਨੂੰ ਛੱਡ ਕੇ ਰਾਜ ਸੂਚੀ ਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਨੂੰ ਤੇ ਲਾਗੂ ਹੋ ਸਕਦੀ ਹੈ, ਕਾਨੂੰਨ ਬਣਾ ਸਕਦੀ ਹੈ, ਜਿਸ ਦੇ ਵਿੱਚ ਕੁਝ ਵਿਸ਼ੇ ਆਉਣਗੇ ਯਾਨੀ ਕਿ ਜੇ ਸਾਡੀਆਂ ਜਨਤਕ ਵਿਵਸਥਾਵਾਂ ਆ ਗਈਆਂ, ਜ਼ਮੀਨ ਦੇ ਨਾਲ ਰਿਲੇਟਡ ਆ ਗਏ ਕਾਰਜ ਤੇ ਪੁਲਿਸ ਵਿਭਾਗ ਦੇ ਨਾਲ ਆ ਗਏ। ਹੁਣ ਇਸ ਦੇ ਲਈ ਦਿੱਲੀ ਦੇ ਵਿੱਚ ਇੱਕ ਮੰਤਰੀ ਪਰਿਸ਼ਦ ਦੀ ਵੀ ਵਿਵਸਥਾ ਕੀਤੀ ਗਈ ਹੈ ਜਿਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮੈਂਬਰਾਂ ਦੀ ਕੁੱਲ ਗਿਣਤੀ 10% ਤੋਂ ਵੀ ਵੱਧ ਜਿਹੜਾ ਉਹ ਹਿੱਸਾ ਨਹੀਂ ਹੋਵੇਗਾ। ਹੁਣ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਰਾਸ਼ਟਰਪਤੀ ਆਦੇਸ਼ ਦੁਆਰਾ ਜਿਹੜੀ ਇਹ ਧਾਰਾ ਹੈਗੀ ਹੈ 239 ਦੀ ਕਿ ਇਹਦੇ ਵਿੱਚ ਕਿਸੇ ਵੀ ਅਨੁਛੇਦ ਦੇ ਅਨੁਸਰਨ ਦੇ ਵਿੱਚ ਕੋਈ ਵੀ ਕਾਨੂੰਨ ਜਾਂ ਕਿਸੇ ਵੀ ਜਿਹੜੇ ਪ੍ਰਭਾਵਤਾਨ ਦੇ ਸੰਚਾਲਨ ਨੂੰ ਮੁਅੱਤਲ ਅਗਰ ਕੋਈ ਵੀ ਵਿਵਸਥਾ ਬਣਦੀ ਹੈ ਤਾਂ ਉਸ ਸਮੇਂ ਜੇਕਰ ਅਜਿਹੇ ਦੇਸ਼ਾਂ ਦੀ ਜਿਹੜੀ ਉਲੰਘਣਾ ਹੁੰਦੀ ਹੈ ਤਾਂ ਮੁਅੱਤਲ ਹੋ ਸਕਦਾ ਹੈ। ਸੋ ਇਸ ਕਰਕੇ ਇਹ ਜਿਹੜੀ ਵਿਵਸਥਾ ਹੈਗੀ ਹੈ ਇਹ ਰਾਸ਼ਟਰਪਤੀ ਸ਼ਾਸਨ ਦੇ ਨਾਲ ਮਿਲਦੀ ਜੁਲਦੀ ਹੈ। ਚੌਥਾ ਜਿਹੜਾ ਸਾਡੇ ਕੋਲ ਅੱਜ ਦਾ ਮਸਲਾ ਹੈ ਉਹ ਵਿਸ਼ਵ ਚਿੜੀ ਦਿਵਸ। ਦੇਖੋ 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਮੌਕੇ ਮਾਹਰਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਸਾਂਭ ਸੰਭਾਲ ਦੇ ਲਈ ਜਿਹੜੀਆਂ ਇਹ ਪੰਛੀਆਂ ਦੀਆਂ ਜਿਹੜੀਆਂ ਜਾਤੀਆਂ ਹੈਗੀਆਂ ਇਹਨਾਂ ਦੀ ਸਾਂਭ ਸੰਭਾਲ ਦੇ ਲਈ ਸਮੂਹਿਕ ਜਿਹੜੀ ਜਨਤਾ ਹੈਗੀ ਉਹਨਾਂ ਦੇ ਵਿੱਚ ਜਾਗਰਤੀ ਫੈਲਾਉਣ ਦੀ ਲੋੜ ਹੈ। ਹੁਣ ਚਿੜੀਆਂ ਜਾਂ ਆਮ ਘਰੇਲੂ ਚਿੜੀਆਂ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਸੰਸਾਰ ਦੇ ਹਰ ਮਹਾਦੀਪ ਦੇ ਵਿੱਚ ਪਾਈਆਂ ਜਾਂਦੀਆਂ। ਹੁਣ ਇਹ ਕੇਵਲ ਚੀਨ, ਇੰਡੋ ਚਾਈਨਾ ਜਾਂ ਜਾਪਾਨ ਵਰਗੇ ਖੇਤਰਾਂ ਦੇ ਵਿੱਚ, ਸਾਈਬੇਰੀਆ, ਆਸਟ੍ਰੇਲੀਆ ਦੇ ਖੇਤਰਾਂ ਤੋਂ ਲੈ ਕੇ ਪੂਰਬੀ ਅਤੇ ਤਪਤ ਖੰਡੀ ਅਫਰੀਕਾ ਅਤੇ ਪੱਛਮ ਵੱਲ ਦੱਖਣੀ ਅਫਰੀਕਾ ਦੇ ਉੱਤਰੀ ਖੇਤਰਾਂ ਤੋਂ ਗੈਰ ਹਾਜ਼ਰ ਹਨ। ਭਾਵ ਕਿ ਇੰਡੀਆ ਜਿਹੜੀ ਇਹਨਾਂ ਦੀ ਸੰਖਿਆ ਉਹ ਘਟਦੀ ਜਾ ਰਹੀ ਹੈ ਪਰ ਘਰੇਲੂ ਚਿੜੀਆਂ ਭਾਰਤ ਸਮੇਤ ਹਰ ਜਗ੍ਹਾ ਤੋਂ ਅਲੋਪ ਹੁੰਦੀਆਂ ਜਾ ਰਹੀਆਂ। ਸੋ ਇਹਨਾਂ ਦੇ ਪਤਨ ਨੂੰ ਮੁੱਖ ਰੱਖਦੇ ਹੋਏ, ਧਿਆਨ ਹਿੱਤ ਰੱਖਦੇ ਹੋਏ ਵੱਧਦੇ ਪ੍ਰਦੂਸ਼ਣ, ਸ਼ਹਿਰੀਕਰਨ, ਗਲੋਬਲ ਵਾਰਮਿੰਗ ਅਤੇ ਅਲੋਪ ਹੋ ਰਹੇ ਵਾਤਾਵਰਣ ਸਰੋਤਾਂ ਨੂੰ ਮੰਨਿਆ ਜਾਂਦਾ ਹੈ। ਵਿਸ਼ਵ ਸਪੈਰੋ ਦਿਵਸ ਨੇਚਰ ਫਾਰਐਵਰ ਸੁਸਾਇਟੀ ਦੀ ਇਹ ਇੱਕ ਪਹਿਲ ਹੈਗੀ ਹੈ, ਇੱਕ ਮੁੱਦਾ ਹੈਗਾ ਜੋ ਇੱਕ ਰਾਸ਼ਟਰੀ ਇੱਕ ਗੈਰ ਸਰਕਾਰੀ ਸੰਸਥਾ ਹੈ ਜਿਸ ਨੂੰ ਜੇ ਮੁਹੰਮਦ ਦਿਲਾਵਰ ਵੱਲੋਂ ਹੈ ਜਿਹੜਾ ਉਹ ਚਲਾਇਆ ਜਾਂਦਾ ਹੈ ਜੋ ਕਿ ਇੱਕ ਅੰਤਰਰਾਸ਼ਟਰੀ ਦੇ ਤੌਰ ਤੇ ਇੱਕ ਪ੍ਰਸਿੱਧ ਹੋਈ ਹੈ। ਇਸ ਸਾਲ ਦਾ ਵਿਸ਼ਾ ਚਿੜੀਆਂ ਅਤੇ ਹੋਰ ਆਮ ਪੰਛੀਆਂ ਦੀ ਨਿਗਰਾਨੀ ਕਰਨਾ ਹੈ, ਉਹਨਾਂ ਦੀ ਸੂਚਨਾ ਜਿਹੜੀ ਉਹ ਪ੍ਰੋਵਾਈਡ ਕਰਵਾਉਣਾ ਹੈਗਾ, ਉਹਨਾਂ ਦਾ ਵਿਸਥਾਰ ਰੱਖਣਾ ਹੈਗਾ। ਹੁਣ ਵਿਸ਼ਵ ਚਿੜੀ ਦਿਵਸ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ ਤੇ ਇਸ ਦਾ ਜਿਹੜਾ ਪਹਿਲਾ ਸਮਾਗਮ ਹੋਇਆ ਸੀਗਾ ਉਹ 2010 ਦੇ ਵਿੱਚ ਆਯੋਜਿਤ ਕੀਤਾ ਗਿਆ ਸੀ। ਹੁਣ ਜਿਹੜਾ ਸਾਡੇ ਕੋਲ ਪੰਜਵਾਂ ਸਾਡਾ ਜਿਹੜਾ ਅੱਜ ਦਾ ਮਸਲਾ ਉਹ ਸਾਹਮਣੇ ਆਇਆ ਉਹ ਹੈ ਮੁਕੰਦਰਾ ਹਿਲਸ ਨੈਸ਼ਨਲ ਪਾਰਕ, ਕਿਓਲਾ ਦਿਓ ਨੈਸ਼ਨਲ ਪਾਰਕ। ਹੁਣ ਰਾਜਸਥਾਨ ਦੇ ਭਰਤਗੜ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਨੈਸ਼ਨਲ ਪਾਰਕ ਹੈ ਅਫਰੀਕਾ ਦੀ ਬੋਮਾ ਤਕਨੀਕ ਦੇ ਨਾਲ ਇੱਕ ਅਸਧਾਰਨ ਪ੍ਰਯੋਗ ਇਸ ਤੇ ਕੀਤਾ ਗਿਆ ਜਿਸ ਦੇ ਵਿੱਚ 450 ਕਿਲੋਮੀਟਰ ਦੂਰ ਸਥਿਤ ਮੁਕੰਦਰਾ ਹਿਲਸ ਟਾਈਗਰ ਰਿਜ਼ਰਵ ਦੇ ਵਿੱਚ ਸ਼ਿਕਾਰ ਦੇ ਆਧਾਰ ਨੂੰ ਬਿਹਤਰ ਬਣਾਉਣ ਦੇ ਲਈ ਸਟਾਫਡ ਹਿਰਨ ਨੂੰ ਫੜਨ ਅਤੇ ਤਬਦੀਲ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ। ਹੁਣ ਇਸ ਦੇ ਵਿੱਚ ਆਓ ਅਸੀਂ ਜਾਣਦੇ ਹਾਂ ਇਸ ਬਾਰੇ ਕਿ ਨੈਸ਼ਨਲ ਟਾਈਗਰ ਜਿਹੜਾ ਕਨਵੈਨਸ਼ਨ ਅਥਾਰਟੀ ਹੈ ਇਸ ਦੀ ਜਿਹੜੀ ਤਕਨੀਕੀ ਕਮੇਟੀ ਹੈ ਇਸਨੇ ਰਣਥੰਭੌਰ ਨੈਸ਼ਨਲ ਪਾਰਕ ਤੋਂ ਮੁਕੰਦਰਾ ਦੇ ਵਿੱਚ 2 ਬਾਗਾਂ ਨੂੰ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਨੇ 2020 ਦੇ ਵਿੱਚ 2 ਬਾਗਾਂ ਤੇ 2 ਸ਼ਾਵਕਾਂ ਨੂੰ ਗਵਾ ਦਿੱਤਾ ਹੈ ਤੇ ਹੁਣ 8 ਸਾਲ ਦੀ ਜਿਹੜੀ ਹੈ ਉਹ ਸ਼ੇਰਨੀ ਦੇ ਨਾਲ ਬਚਿਆ। ਭਾਵ ਕਿ ਜੇਕਰ ਅਸੀਂ ਐਸਟੀਮੇਟ ਵੀ ਲਾਈਏ ਕਿੰਨਾ ਹੀ ਜਿਹੜੀ ਵਾਤਾਵਰਣ ਦੇ ਮੁੱਦਿਆਂ ਦੇ ਵਿੱਚ ਜਿਹੜੀਆਂ ਇਹ ਪ੍ਰਜਾਤੀਆਂ ਹੈਗੀਆਂ ਨੇ, ਕਿਸਮਾਂ ਹੈਗੀਆਂ, ਉਹਨਾਂ ਦਾ ਜਿਹੜਾ ਮਸਲਾ ਉਹ ਬੜਾ ਗੰਭੀਰ ਬਣਿਆ ਹੋਇਆ। ਹੁਣ ਦੇਖੋ
ਅਫਰੀਕਾ ਦੀ ਬੋਮਾ ਤਕਨੀਕ ਬਾਰੇ ਕੁਝ ਜਾਣਦੇ ਹਾਂ ਅਸੀਂ। ਇਹ ਅਫਰੀਕਾ ਦੇ ਵਿੱਚ ਬੜੀ ਪ੍ਰਸਿੱਧ ਹੈ। ਇਸ ਦੇ ਵਿੱਚ ਜਾਨਵਰਾਂ ਨੂੰ ਫੜਨ ਵਰਗੀ ਵਾੜ ਰਾਹੀਂ ਪਿੱਛਾ ਕਰਕੇ ਇੱਕ ਵਾੜ ਦੇ ਵਿੱਚ ਲਾਲਚ ਦੇਣਾ ਸ਼ਾਮਲ ਹੈ। ਭਾਵ ਕਿ ਕੀਪ ਇੱਕ ਜਾਨਵਰਾਂ ਦੇ ਵਿੱਚ ਚੋਣ ਕਮ ਲੋਡਿੰਗ ਸ਼ੂਟਰ ਦੇ ਵਿੱਚ ਟੇਪਰ ਕਰਦਾ, ਜਿਸ ਨੂੰ ਘਰ ਦੇ ਜਾਂ ਘਾਹ ਦੇ ਮੈਦਾਨ ਦੇ ਵਿੱਚ ਜਾਂ ਹਰੇ ਜਾਲ ਦੇ ਨਾਲ ਸਹਾਰਾ ਦਿੱਤਾ ਜਾਂਦਾ ਹੈ। ਇਸ ਨੂੰ ਤਾਂ ਕਿ ਇਸ ਨੂੰ ਜਾਨਵਰਾਂ ਦੇ ਵਾਸਤੇ ਕਿਹਾ ਅਪਾਰਦਰਸ਼ੀ ਜਿਹੜਾ ਉਹ ਬਣਾਇਆ ਜਾ ਸਕੇ, ਜਿਨ੍ਹਾਂ ਨੂੰ ਹੋਰ ਕਿਸੇ ਸਥਾਨ ਤੇ ਲਿਜਾਣ ਦੇ ਲਈ ਇੱਕ ਵੱਡੇ ਵਾਹਨ ਦੇ ਵਿੱਚ ਫਿਰ ਤੋਂ ਦੁਬਾਰਾ ਜਿਹੜਾ ਉਹ ਤੈਅ ਕੀਤਾ ਜਾਂਦਾ ਹੈ। ਇਹ ਪੁਰਾਣੀ ਤਕਨੀਕ ਦੀ ਵਰਤੋਂ ਜਾਂ ਇਸ ਪੁਰਾਣੀ ਤਕਨੀਕ ਦੀ ਵਰਤੋਂ ਪਹਿਲਾਂ ਸਿਖਲਾਈ ਅਤੇ ਸੇਵਾ ਲਈ ਜੰਗਲੀ ਹਾਥੀਆਂ ਨੂੰ ਫੜਨ ਦੇ ਲਈ ਕੀਤੀ ਜਾਂਦੀ ਸੀਗੀ। ਹਾਲ ਦੇ ਵਿੱਚ ਵੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਮੱਧ ਪ੍ਰਦੇਸ਼ ਦੇ ਵਿੱਚ ਇਸ ਨੂੰ ਅਪਣਾਏ ਜਾਣ ਤੋਂ ਬਾਅਦ ਬੋਮਾ ਨੂੰ ਰਾਜਸਥਾਨ ਦੇ ਵਿੱਚ ਪਹਿਲੀ ਵਾਰ ਸ਼ਿਕਾਰ ਦੇ ਘਾਟੇ ਵਾਲੇ ਇਸ ਦੇ ਲਈ ਜਿਹੜਾ ਉਹ ਅਭਿਆਸ ਦੇ ਲਈ ਚੇਤੇ ਵਿੱਚ ਲਿਆਂਦਾ ਗਿਆ। ਸੋ ਅਸੀਂ ਨੈਕਸਟ ਹੈ ਸਾਡਾ ਮੁਕੰਦਰਾ ਹਿਲਸ ਨੈਸ਼ਨਲ ਪਾਰਕ ਬਾਰੇ। ਜਿਹੜਾ ਇਹ ਨੈਸ਼ਨਲ ਪਾਰਕ ਹੈ ਰਾਜਸਥਾਨ ਦੇ ਵਿੱਚ ਪਾਰਕ ਹੈ, ਇਸ ਦਾ ਵੀ ਜਿਹੜਾ ਵਰਗ ਮੀਲਾ ਘੇਰਾ ਉਹ ਬਹੁਤ ਵੱਡਾ ਹੈ। ਇਸ ਦੀ ਸਥਾਪਨਾ 2004 ਦੇ ਵਿੱਚ ਕੀਤੀ ਗਈ ਸੀ ਤੇ ਇਸ ਦੇ ਵਿੱਚ 3 ਜੰਗਲੀ ਜੀਵਾਂ ਦੀਆਂ ਪਨਾਹਗਾਹਾਂ ਜਿਹੜੀਆਂ ਉਹ ਸ਼ਾਮਿਲ ਹਨ। ਦਾਰਾ ਵਰਲਡ ਲਾਈਫ ਸੈਂਚੁਰੀ ਹੈ, ਨੈਸ਼ਨਲ ਜਿਹੜੇ ਚੰਬਲ ਸੈਂਚੁਰੀ ਹੈ ਤੇ ਜਵਾਹਰ ਸਾਗਰ ਵਾਈਲਡ ਲਾਈਫ ਸੈਂਚੁਰੀ ਹੈ। ਹੁਣ ਦੇਖੋ ਜੇਕਰ ਅਸੀਂ ਇਸ ਦੀ ਲੋਕੇਸ਼ਨ ਕੀ ਹੈ ਕਿ ਸੁੱਕੇ ਪਤਝੜੀ ਜੰਗਲਾਂ ਦੇ ਵਿੱਚ ਸਥਿਤ ਹੈ ਇਲਾਕਾ, ਜੋ ਪਹਿਲਾ ਕੋਟਾ ਇੱਕ ਸਥਾਨ ਹੈਗਾ ਰਾਜਸਥਾਨ ਦੇ ਵਿੱਚ, ਉਸਦੇ ਸ਼ਿਕਾਰ ਦੇ ਮੈਦਾਨ ਮਹਾਰਾਜੇ ਸੀਗੇ ਉਸ ਟਾਈਮ ਇੱਥੇ ਜਿਹੜੇ ਸ਼ਿਕਾਰ ਕਰਦੇ ਸੀਗੇ। ਇਹ ਪਾਰਕ ਆਪਣੇ ਨਾਮਕਰਨ ਨੂੰ ਲੈ ਕੇ ਸਿਆਸੀ ਵਿਵਾਦਾਂ ਦੇ ਵਿੱਚ ਪਹਿਲਾਂ ਘਿਰਿਆ ਸੀਗਾ। ਜਦੋਂ ਭਾਰਤੀ ਜਨਤਾ ਪਾਰਟੀ ਦੀ ਰਾਜ ਸਰਕਾਰ ਨੇ ਇਸ ਨੂੰ ਰਾਜੀਵ ਗਾਂਧੀ ਨੈਸ਼ਨਲ ਪਾਰਕ ਕਹਿਣ ਦੇ ਫੈਸਲੇ ਨੂੰ ਹੈ ਜਿਹੜਾ ਰੱਦ ਕਰ ਦਿੱਤਾ ਸੀਗਾ। ਹੁਣ ਜਿਹੜਾ ਇਹ ਪਾਰਕ ਹੈਗਾ ਇਹ ਪਹਾੜੀ ਹੈ ਤੇ ਇਸ ਦੇ ਵਿੱਚ ਕਈ ਤਰ੍ਹਾਂ ਦੇ ਪੌਦੇ ਵੀ ਹੈ, ਰੁੱਖ ਵੀ ਹੈ, ਜਾਨਵਰ ਵੀ ਹੈ। ਇਸ ਦੇ ਵਿੱਚ ਬਹੁਤ ਸਾਰੇ ਸੁੱਕੇ ਪਤਝੜੀ ਰੁੱਖ ਵੀ ਹੈ, ਘਾਹ ਦੇ ਮੈਦਾਨ ਵੀ ਹੈ, 4 ਨਦੀਆਂ ਵਗਦੀਆਂ। ਸੋ ਇਸ ਪ੍ਰਕਾਰ ਜਿਹੜੀ ਵਧੇਰੀ ਵਨ ਸੰਪਦਾ ਹੈਗੀ ਉਹ ਦੇਖੀ ਜਾ ਸਕਦੀ ਹੈ। ਨੈਕਸਟ ਹੈ ਕਿਓਲਾਦਿਓ ਨੈਸ਼ਨਲ ਪਾਰਕ। ਹੁਣ ਜਿਹੜਾ ਇਹ ਨੈਸ਼ਨਲ ਪਾਰਕ ਹੈਗਾ ਇਹ ਭਰਤਗੜ ਬਰਡ ਸੈਂਚੁਰੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਵਿੱਚ ਵੀ ਬਹੁਤ ਜਿਹੜੇ ਹਜ਼ਾਰਾਂ ਪੰਛੀ ਹੈ ਜਿਹੜੇ ਉਹ ਮੇਜ਼ਬਾਨੀ ਹੈ ਜਿਹੜੀ ਇਹ ਪਾਰਕ ਹੈ ਉਹ ਕਰਦਾ ਹੈ, ਖਾਸ ਕਰਕੇ ਸਰਦੀ ਦੇ ਮੌਸਮ ਦੇ ਦੌਰਾਨ। ਹੁਣ ਪੰਛੀਆਂ ਦੀ ਜਿਹੜੀ ਤਾਦਾਦ ਹੈ ਉਹ ਬਹੁਤ ਘਟਦੀ ਵੀ ਜਾ ਰਹੀ ਹੈ ਤੇ ਅੱਗੋਂ ਨਵੀਆਂ ਕਿਸਮਾਂ ਜਿਹੜੀਆਂ ਉਹ ਸਾਨੂੰ ਦੇਖਣ ਦੇ ਵਿੱਚ ਵੀ ਆ ਰਹੀਆਂ। ਹੁਣ ਦੇਖੋ ਪੰਛੀਆਂ ਦੀ 350 ਤੋਂ ਵੱਧ ਕਿਸਮਾਂ ਨਿਵਾਸੀ ਵਜੋਂ ਜਾਣੀਆਂ ਜਾਂਦੀਆਂ। ਇਹ ਇੱਕ ਵੱਡਾ ਸੈਰ ਸਪਾਟੇ ਦਾ ਵੀ ਕੇਂਦਰ ਹੈਗਾ, ਟੂਰਿਜ਼ਮ ਦਾ ਕੇਂਦਰ ਹੈ, ਜਿਸ ਦੇ ਵਿੱਚ ਬਹੁਤ ਸਾਰੇ ਪੰਛੀ ਜਿਹੜੇ ਹੈਗੇ ਆ ਵਿਗਿਆਨੀ ਹਾਈਬਰਨਲ ਸੀਜ਼ਨ ਦੇ ਵਿੱਚ ਇੱਥੇ ਪਹੁੰਚਦੇ ਆ। ਸੋ 1971 ਦੇ ਵਿੱਚ ਇਹ ਇੱਕ ਸੁਰੱਖਿਅਤ ਪਨਾਹਗਾਹ ਦੇ ਰੂਪ ਵਜੋਂ ਘੋਸ਼ਿਤ ਕੀਤਾ ਗਿਆ ਸੀ ਤੇ ਇਹ ਇੱਕ ਵਿਸ਼ਵ ਵਿਰਾਸਤ ਸਾਈਟ ਵੀ ਹੈ। ਹੁਣ ਜਿਹੜਾ ਇਹ ਪਾਰਕ ਹੈ ਇਹ ਮਨੁੱਖ ਦੁਆਰਾ ਪ੍ਰਬੰਧਿਤ ਵੈਟਲੈਂਡ ਹੈ ਤੇ ਭਾਰਤ ਦੇ ਰਾਸ਼ਟਰੀ ਪਾਰਕਾਂ ਦੇ ਵਿੱਚੋਂ ਇੱਕ ਹੈਗਾ। ਇਹ ਰਿਜ਼ਰਵ ਭਰਤਪੁਰ ਨੂੰ ਅਕਸਰ ਆਉਣ ਵਾਲੇ ਹੜ੍ਹਾਂ ਤੋਂ ਵੀ ਬਚਾਉਂਦਾ ਹੈ। ਪਿੰਡ ਦੇ ਪਸ਼ੂਆਂ ਦੇ ਲਈ ਚਰਾਉਣਾ ਘਾਹ ਦੇ ਜਿਹੜੇ ਮੈਦਾਨ ਆ ਉਹ ਘਾਹ ਫੂਸ ਉਹ ਵੀ ਉਹਨਾਂ ਨੂੰ ਪ੍ਰਦਾਨ ਕਰਦਾ ਹੈ। ਤੇ ਪਹਿਲਾਂ ਮੁੱਖ ਤੌਰ ਤੇ ਪਾਣੀ ਦੇ ਪੰਛੀਆਂ ਦੇ ਸ਼ਿਕਾਰ ਵਜੋਂ ਇਹ ਮੈਦਾਨ ਆ ਜਿਹੜਾ ਉਹ ਵਰਤਣੇ ਦੇ ਘੇਰੇ ਦੇ ਵਿੱਚ ਆਇਆ ਸੀਗਾ। ਇਸ ਪਨਾਹਗਾਹ ਦੀ ਜਿਹੜੀ ਸਿਰਜਣਾ ਹੈਗੀ ਹੈ 2.5 ਸਾਲ ਪਹਿਲਾਂ ਕੀਤੀ ਗਈ ਸੀ। ਇਸ ਦੀਆਂ ਸੇਵਾਵਾਂ ਅੰਦਰ ਵੀ ਕੁਝ ਜਿਹੜਾ ਇਹ ਮੰਦਿਰ ਦੇ ਨਾਮ ਤੇ ਜਿਹੜਾ ਇਸ ਦਾ ਨਾਮ ਹੈ ਜਿਹੜਾ ਉਹ ਰੱਖਿਆ ਗਿਆ ਸੀ। ਸ਼ੁਰੂ ਦੇ ਵਿੱਚ ਇਹ ਇੱਕ ਕੁਦਰਤੀ ਉਦਾਸੀਨਤਾ ਸੀਗੀ। ਹੌਲੀ ਹੌਲੀ ਮਹਾਰਾਜਾ ਸੂਰਜਮਲ ਦੁਆਰਾ ਆਜ਼ਾਦ ਬੰਡ ਦੇ ਨਿਰਮਾਣ ਤੋਂ ਬਾਅਦ ਹੜ੍ਹ ਆ ਗਿਆ। ਉਸ ਤੋਂ ਬਾਅਦ ਜਿਹੜੀ ਇਹ ਹਿਸਟਰੀ ਇਸ ਦੇ ਨਾਲ ਰਿਲੇਟਡ ਹੈ ਕਿ ਉਸ ਸਮੇਂ ਰਿਆਸਤ ਭਰਤਪੁਰ ਦੇ ਸ਼ਾਸਕ ਜਿਹੜੇ ਸੀਗੇ, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਇਹ ਜਦੋਂ ਹੜ੍ਹ ਆ ਗਿਆ ਸੀਗਾ ਇਹ ਬੰਨ 2 ਨਦੀਆਂ ਗੰਭੀਰ ਬਾਣ ਗੰਗਾ ਦੇ ਸੰਗਮ ਤੇ ਬਣਾਇਆ ਗਿਆ ਸੀਗਾ। ਹੌਲੀ ਹੌਲੀ ਇਹ ਜੋ ਹੈਗਾ ਇਸ ਦੇ ਵਿੱਚ ਇਹ ਨੈਸ਼ਨਲ ਪਾਰਕ ਦੇ ਵਿੱਚ ਹੌਲੀ ਹੌਲੀ ਸਮੇਂ ਦੇ ਪਰਿਵਰਤਨ ਦੇ ਨਾਲ ਤਬਦੀਲ ਹੋ ਗਿਆ ਸੀਗਾ। ਸੋ ਇਸ ਦੇ ਨਾਲ ਹੀ ਜਿਹੜਾ ਸਾਡਾ ਅੱਜ ਦਾ ਟੌਪਿਕ ਹੈਗਾ, ਅੱਜ ਦਾ ਜਿਹੜੇ ਖਬਰਾਂ ਦਾ ਸਿਲਸਿਲਾ ਹੈਗਾ ਉਹ ਖਤਮ ਹੁੰਦਾ ਹੈ। ਧੰਨਵਾਦ।